घर घर रिझे नित साग हाणियां जग्गा सिंह आदम के सरों उत्तरी भारत दी हाणी दी प्रमुख फसल है। ਇਹ खुराकी तेल ਦਾ ਪ੍ਰਮੁੱਖ ਸਰੋਤ ਹੈ। ਇਸ ਦੇ ਪੀਲੇ ਫੁੱਲ ਧਰਤੀ ਨੂੰ ਬਸਨ ਰੁੱਤ ਵਿੱਚ ਸੁਹੱਪਣ ਪ੍ਰਦਾਨ ਕਰਨ ਦਾ ਕੰਮ ਕਰਦੇ ਹਨ। ਇਸ ਦੇ ਨਾਲ ਇਸ ਦੀਆਂ ਨਰਮ ਗੰਦਲਾਂ ਪੱਤਿਆਂ ਦਾ ਸਾਗ ਉੱਤਰੀ ਭਾਰਤ ਪਾਕਿਸਤਾਨ ਵਿੱਚ ਵੱਡੇ ਪੱਧਰ ਤੇ ਬਣਾਇਆ ਜਾਂਦਾ ਹੈ। ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਪੰਜਾਬੀਆਂ ਦਾ ਸਰਦੀ ਦਾ ਮਨਪਾਉਂਦਾ ਖਾਣਾ ਹੈ। ਸਰੋਂ ਦਾ ਸਾਗ ਬਣਾਉਣ ਸਮੇਂ ਵਿੱਚ ਪਾਏ ਜਾਂਦੇ ਪਾਲਕ, ਮੇਥੀ, ਬਾਥੂ, ਅਦਰਕ, ਲਸਣ ਆਦਿ ਵਰਗੀਆਂ ਵਸਤੂਆਂ ਇਸ ਨੂੰ ਸੁਆਦੀ ਬਣਾਉਣ ਦੇ ਨਾਲ ਖੁਰਾਕੀ ਤੱਤਾਂ ਨਾਲ ਭਰਪੂਰ ਬਣਾਉਣ ਦਾ ਕਾਰਜ ਕਰਦੇ ਹਨ। ਸਰਦੀਆਂ ਵਿੱਚ ਪੰਜਾਬੀਆਂ ਦਾ ਉਹ ਕਿਹੜਾ ਘਰ ਹੈ ਜਿੱਥੇ ਸਾਗ ਬਣਾਇਆ ਅਤੇ ਖਾਧਾ ਨਹੀਂ ਜਾਂਦਾ। ਸਰੋਂ ਦੇ ਸਾਗ ਵਿੱਚ ਸਰੋਂ ਦੀਆਂ ਨਰਮ ਗੰਦਲਾਂ ਪੱਤਿਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਸਾਗ ਬਣਾਉਣ ਲਈ ਇਸ ਦੀਆਂ ਨਰਮ ਗੰਦਲਾਂ ਅਤੇ ਪੱਤਿਆਂ ਦਾ ਉਪਯੋਗ ਕੀਤਾ ਜਾਂਦਾ ਹੈ। ਸਾਗ ਬਣਾਉਣ ਲਈ ਪਹਿਲੀ ਗਤੀਵਿਧੀ ਸਰੋਂ ਦੀਆਂ ਨਰਮ ਗੰਦਲਾਂ ਤੋੜ ਕੇ ਲਿਆਉਣਾ ਹੈ। ਇਸ ਕਰਕੇ ਸਰੋਂ ਦਾ ਸਾਗ ਤੋੜਨ ਦੇ ਅਜਿਹੇ ਪੱਖ ਦਾ ਜ਼ਿਕਰ ਟੱਪਿਆਂ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ। ਕੁੜੀ ਸਰੋਂ ਦੀ ਗੰਦਲ ਵਰਗੀ ਸਰੋਂ ਦਾ ਸਾਗ ਤੋੜਦੀ ਫਿਰੇ। ਸਰੋਂ ਦਾ ਸਾਗ ਬਣਾਉਣ ਲਈ ਸਰੋਂ ਦੀਆਂ ਗੰਦਲਾਂ ਦੀ ਵੱਡੇ ਪੱਧਰ ਤੇ ਤੋੜ ਤੁੜਾਈ ਹੁੰਦੀ ਹੈ। ਅਜਿਹਾ ਹੋਣ ਕਾਰਨ ਕਿਸੇ ਸਾਗ ਤੋੜਨ ਵਾਲੀ ਨੂੰ ਕਿਸਾਨ ਵੱਲੋਂ ਸਾਗ ਲਈ ਸਰੋਂ ਦੀ ਗੰਦਲ ਤੋੜਨ ਤੋਂ ਰੋਕਣ ਸੰਬੰਧੀ ਟੱਪੇ ਵਿੱਚ ਕਿਹਾ ਕੁਝ ਇਸ ਤਰ੍ਹਾਂ ਮਿਲਦਾ ਹੈ। ਹੱਥ ਸੋਚ ਕੇ ਗੰਦਲ ਨੂੰ ਪਾਈ, ਕਿਹੜੀ ਐ ਤੂੰ ਸਾਗ ਤੋੜਦੀ। ਸਰਦੀ ਵਿੱਚ ਸਾਗ ਬਣਾਉਣ ਦੇ ਦਿਨਾਂ ਵਿੱਚ ਹਰ ਘਰ ਵੱਲੋਂ ਵਾਰ ਸਾਗ ਬਣਾਇਆ ਜਾਂਦਾ ਹੈ। ਅਜਿਹਾ ਹੋਣ ਕਾਰਨ ਸਾਗ ਲਈ ਸਰੋਂ ਦੀ ਵੱਡੇ ਪੱਧਰ ਤੇ ਤੋੜ ਤੁੜਾਈ ਕਾਰਨ ਸਰੋਂ ਦਾ ਨੁਕਸਾਨ ਵੱਡੇ ਪੱਧਰ ਤੇ ਹੁੰਦਾ ਹੈ। ਇਸ ਲਈ ਕਈ ਵਾਰ ਕਿਸਾਨਾਂ ਨੂੰ ਸਾਗ ਲਈ ਸਰੋਂ ਤੋੜਨ ਵਾਲਿਆਂ ਤੋਂ ਇਸ ਦੀ ਰਖਵਾਲੀ ਵੀ ਕਰਨੀ ਪੈਂਦੀ ਹੈ। ਕਿਸੇ ਨੂੰ ਅਜਿਹੇ ਸਮੇਂ ਸਾਗ ਤੋੜਨ ਜਾਂ ਤੋੜਨ ਦਾ ਭੁਲੇਖਾ ਪੈਣ ਤੇ ਸੰਬੰਧਤ ਨੂੰ ਟੋਕਣ ਸੰਬੰਧੀ ਵੀ ਲੋਕ ਬੋਲੀਆਂ ਟੱਪਿਆਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ। ਕਾਹਨੂੰ ਮਾਰਦੇ ਜੱਟਾ ਐਵੇਂ ਖੰਦੂਰੇ, ਮੈਂ ਨਾ ਤੇਰਾ ਸਾਗ ਤੋੜਿਆ। ਸਰਦੀ ਵਿੱਚ ਸਾਗ ਹਰ ਘਰ ਬਣਦਾ ਹੈ। ਇਸ ਲਈ ਸਰੋਂ ਦੀਆਂ ਗੰਦਲਾਂ ਦਾ ਸਾਗ ਵੀ ਖੇਤੋਂ ਤੋੜ ਕੇ ਲਿਆਉਣਾ ਪੈਂਦਾ ਹੈ। ਸਾਗ ਤੋੜ ਕੇ ਲਿਆਉਣਾ ਜਿੱਥੇ ਆਮ ਘਰਾਂ ਦੀ ਜ਼ਰੂਰਤ ਹੈ, ਉੱਥੇ ਸੌਂਕ ਨਾਲ ਵੀ ਕੁਝ ਲੋਕਾਂ ਵੱਲੋਂ ਸਾਗ ਲਿਆਉਣ ਦਾ ਕੰਮ ਕੀਤਾ ਜਾਂਦਾ ਹੈ। ਸਾਗ ਤੋੜਨ ਦਾ ਕੰਮ ਆਮ ਕਰਕੇ ਘਰ ਦੀਆਂ ਔਰਤਾਂ ਵੱਲੋਂ ਕੀਤਾ ਜਾਂਦਾ ਹੈ। ਕਿਸੇ ਦੇ ਖੇਤ ਕਿਸੇ ਅਣਜਾਣ ਵੱਲੋਂ ਸਾਗ ਤੋੜਨ ਤੇ ਮਾਲਕ ਵੱਲੋਂ ਰੋਕਿਆ ਵੀ ਜਾਂਦਾ ਹੈ। ਕਈ ਵਾਰ ਸਾਗ ਤੋੜਨ ਵਾਲੀ ਕਿਸੇ ਹੈਸੀਅਤ ਦੀ ਮਾਲਕ ਹੋਣ ਦੇ ਕਾਰਨ ਲੁੱਟ ਕੇ ਨਹੀਂ ਸਗੋਂ ਮਾਣ ਨਾਲ ਸਾਗ ਤੋੜਦੀ ਅਤੇ ਆਪਣੀ ਧੌਂਸ ਵੀ ਕੁਝ ਇਸ ਤਰ੍ਹਾਂ ਬਰਕਰਾਰ ਰੱਖਦੀ ਹੈ। ਸਾਗ ਤੋੜਦੀ ਜੱਟੀ ਮੁਰੱਬਿਆਂ ਵਾਲੀ ਐਵੇਂ ਮਾਰਨਾ ਜੱਟਾ ਲਲਕਾਰੇ। ਸਰੋਂ ਦੇ ਸਾਗ ਨਾਲ ਮੱਕੀ ਦੀ ਰੋਟੀ ਪੰਜਾਬੀਆਂ ਦਾ ਪਸੰਦੀਦਾ ਅਤੇ ਪਰੰਪਰਾਗਤ ਖਾਣਾ ਹੈ। ਇਹ ਕੇਵਲ ਇੱਕ ਪਕਵਾਨ ਨਾ ਹੋ ਕੇ ਪੰਜਾਬੀਆਂ ਦੀ ਸੱਭਿਆਚਾਰਕ ਪੱਖ ਤੋਂ ਪਹਿਚਾਣ ਦਾ ਹਿੱਸਾ ਹੈ। ਸਰੋਂ ਦਾ ਸਾਗ ਕੈਲਰੀਆਂ, ਸੂਖਮ ਤੱਤਾਂ, ਵਿਟਾਮਿਨ ਏ, ਬੀ, ਸੀ ਨਾਲ ਭਰਪੂਰ ਹੁੰਦਾ ਹੈ। ਆਪਣੇ ਅਜਿਹੇ ਮਹੱਤਵ ਕਾਰਨ ਇਹ ਪੰਜਾਬੀ ਜਨ ਜੀਵਨ ਲਈ ਬੇਹੱਦ ਮਹੱਤਵਪੂਰਨ ਹੈ ਅਤੇ ਪੰਜਾਬੀ ਲੋਕ ਗੀਤਾਂ ਵਿੱਚ ਵੱਖ ਸੰਦਰਭਾਂ ਵਿੱਚ ਇਸ ਦਾ ਵਰਣਨ ਕੁਝ ਇਸ ਤਰ੍ਹਾਂ ਮਿਲਦਾ ਹੈ। ਰੋਟੀ ਮੱਕੀ ਦੀ ਉੱਤੇ ਰੱਖੋ ਸਾਗ ਬਾਬਲਾ, ਤੇਰੀ ਪੱਗ ਨੂੰ ਨਾ ਲਾਉਂ ਕਦੇ ਦਾਗ ਬਾਬਲਾ। ਸਰੋਂ ਦਾ ਸਾਗ ਖੁਰਾਕੀ ਤੱਤਾਂ ਪੱਖੋਂ ਕਾਫੀ ਗੁਣਕਾਰੀ ਹੈ। ਅਜਿਹਾ ਹੋਣ ਕਾਰਨ ਪੰਜਾਬੀ ਖੁਰਾਕੀ ਆਦਤਾਂ ਦਾ ਖਾਸ ਹਿੱਸਾ ਹੈ। ਇਹ ਸਰੀਰਕ ਰੂਪ ਵਿੱਚ ਤਾਕਤ ਪ੍ਰਦਾਨ ਕਰਨ ਦੇ ਨਾਲ ਵੱਖ-ਵੱਖ ਰੋਗਾਂ ਨਾਲ ਲੜਨ ਦੀ ਸਮਰੱਥਾ ਪ੍ਰਦਾਨ ਕਰਕੇ ਸਰੀਰ ਨੂੰ ਤੰਦਰੁਸਤੀ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦਾ ਹੈ। ਇਸ ਦੀ ਥਾਂ ਦੂਸਰੀਆਂ ਤਲੀਆਂ ਤੇ ਬਾਜ਼ਾਰੂ ਚੀਜ਼ਾਂ ਖਾਣ ਦੇ ਨੁਕਸਾਨ ਹਨ। ਅਜਿਹਾ ਹੋਣ ਕਾਰਨ ਸਾਗ ਦੀ ਥਾਂ ਹੋਰ ਚੀਜ਼ਾਂ ਖਾਣ ਵਾਲਿਆਂ ਨੂੰ ਲੋਕ ਬੋਲੀਆਂ ਵਿੱਚ ਸੁਚੇਤ ਕੀਤਾ ਕੁਝ ਇਸ ਤਰ੍ਹਾਂ ਮਿਲਦਾ ਹੈ। ਸਾਗ ਸਰੋਂ ਦਾ ਮੱਕੀ ਦੀ ਰੋਟੀ, ਨੀ ਤੂੰ ਅੱਜਕੱਲ ਕਿਉਂ ਨਾ ਖਾਂਦੀ, ਗਿੱਜ ਗਈ ਤਲਿਆਨ ਤੇ ਤਾਂ ਹੀ ਮੋਟੀ ਹੁੰਦੀ ਜਾਂਦੀ। ਨੀ ਗਿੱਜ ਗਈ ਮੱਘਰ ਮਹੀਨੇ ਤੋਂ ਖੇਤਾਂ ਵਿੱਚ ਸਰੋਂ ਹੋਣ ਨਾਲ ਹੀ ਆਮ ਘਰਾਂ ਵਿੱਚ
ਸਾਗ ਬਣਨਾ ਸ਼ੁਰੂ ਹੋ ਜਾਂਦਾ ਹੈ। ਭੋਗ ਮਾਗ ਵਿੱਚ ਇਸ ਦੀ ਵਰਤੋਂ ਖੂਬ ਹੁੰਦੀ ਹੈ। ਇਸ ਸਮੇਂ ਕਿਸੇ ਆਪਣੇ ਦੀ ਇਸ ਦਾ ਆਨੰਦ ਨਾ ਲੈ ਸਕਣ ਕਾਰਨ ਘਾਟ ਵੀ ਮਹਿਸੂਸ ਹੁੰਦੀ ਹੈ। ਜੇਕਰ ਉਹ ਇਸ ਸਮੇਂ ਇੱਥੇ ਮੌਜੂਦ ਹੁੰਦਾ ਤਾਂ ਇਸ ਮੌਸਮੀ ਉਪਹਾਰ ਦਾ ਉਹ ਵੀ ਲੁਤਫ ਲੈਂਦਾ। ਚੜੇ ਮਹੀਨੇ ਭੋ ਮਾਗ ਰਿੰਨੀਏ ਸਾਗ ਹਾਂਡੀ ਪਾਣੀ ਪਾਈਏ ਪੀਆ ਆਵੇ ਮੇਰੇ ਕੋਲ ਤਾਂ ਰਲ ਮਿਲ ਖਾਈਏ। ਸਾਗ ਬਣਾਉਣ ਦਾ ਕੰਮ ਕਾਫੀ ਮਿਹਨਤ ਵਾਲਾ ਹੈ। ਇਸ ਨੂੰ ਲੰਬਾ ਸਮਾਂ ਮੋਟੀਆਂ ਲੱਕੜਾਂ ਪਾਥੀਆਂ ਨਾਲ ਚੰਗੀ ਤਰ੍ਹਾਂ ਰਿੰਨਣ ਤੋਂ ਬਾਅਦ ਕੋਟਣਾ ਵੀ ਜ਼ਰੂਰੀ ਪ੍ਰਕਿਰਿਆ ਹੈ, ਕਿਉਂਕਿ ਇਸ ਤੋਂ ਪਹਿਲਾਂ ਸਰੋਂ ਤੇ ਦੂਸਰੇ ਬਾਥੂ ਪਾਲਕ ਮੇਥੀ ਵਰਗੇ ਪਦਾਰਥ ਮੋਟੇ ਜਿਹੇ ਹੀ ਕੱਟ ਕੇ ਰਿੰਨੇ ਜਾਂਦੇ ਸਨ। ਪਹਿਲਾਂ ਸਾਗ ਬਣਾਉਣ ਲਈ ਮਿੱਟੀ ਤੋਂ ਬਣੀ ਤੌੜੀ ਦੀ ਵਰਤੋਂ ਕੀਤੀ ਜਾਂਦੀ ਸੀ। ਸਾਗ ਕੋਟਣ ਸਮੇਂ ਇਸ ਵਿੱਚ ਮੱਕੀ ਜਾਂ ਬਾਜਰੇ ਦਾ ਆਟਾ ਪਾਇਆ ਜਾਂਦਾ ਹੈ, ਜਿਹੜਾ ਇਸ ਨੂੰ ਸੰਘਣਾ ਕਰਨ ਦਾ ਕੰਮ ਕਰਦਾ ਹੈ। ਸਾਗ ਨੂੰ ਕੋਟਣ ਲਈ ਵਰਤੀਂਦੇ ਅਜੋਕੇ ਬਿਜਲਈ ਸਾਧਨਾਂ ਦੀ ਬਜਾਏ ਇਸ ਪ੍ਰਕਿਰਿਆ ਲਈ ਕੋਟਣੀ ਮੱਧਣੀ ਦੋਈ ਆਦਿ ਦਾ ਉਪਯੋਗ ਕੀਤਾ ਜਾਂਦਾ ਸੀ। ਇਸ ਪ੍ਰਕਿਰਿਆ ਦੌਰਾਨ ਕਈ ਵਾਰ ਕਿਸੇ ਨਾਲ ਕੁਝ ਅਜਿਹਾ ਵੀ ਵਾਪਰ ਜਾਂਦਾ। ਕਾਹਦੀ ਤੂੰ ਸੁੱਗੜ ਸੁਆਣੀ ਸਾਗ ਕੋਟਦੀ ਨੇ ਪੰਤੀ ਤੌੜੀ। ਸਰਦੀ ਵਿੱਚ ਸਾਗ ਦਾ ਪੰਜਾਬੀ ਜਨ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੈ। ਸਾਗ ਵਿੱਚ ਅਜਿਹੇ ਖੁਰਾਕੀ ਤੱਤ ਹੁੰਦੇ ਹਨ ਜਿਹੜੇ ਮਨੁੱਖੀ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਗਰਮੀ ਦੇਣ ਦਾ ਕੰਮ ਕਰਦਾ ਹੈ। ਕੱਤਕ ਤੋਂ ਖੇਤਾਂ ਵਿੱਚ ਸਰੋਂ ਮਿਲਣੀ ਸ਼ੁਰੂ ਹੋਣ ਤੇ ਲਗਾਤਾਰ ਭਰਪੂਰ ਮਾਤਰਾ ਵਿੱਚ ਸਾਗ ਬਣਾਇਆ ਜਾਣਾ ਆਮ ਜਨ ਜੀਵਨ ਦੀਆਂ ਸਰਦੀ ਵਿੱਚ ਖੁਰਾਕ ਸੰਬੰਧੀ ਆਦਤਾਂ ਦਾ ਹਿੱਸਾ ਹੈ। ਅਜਿਹਾ ਹੋਣ ਕਾਰਨ ਬਹੁਤ ਸਾਰੀਆਂ ਬੋਲੀਆਂ ਟੱਪਿਆਂ ਵਿੱਚ ਸਾਗ ਦਾ ਵੱਖ-ਵੱਖ ਰੂਪਾਂ ਵਿੱਚ ਜ਼ਿਕਰ ਕੀਤਾ ਮਿਲਦਾ ਹੈ। ਚੱਲ ਨੰਦੇ ਨੀ ਚੱਲੀਏ ਖੇਤ ਨੀ ਜਾ ਕੇ ਆਈਏ ਵੀਰ ਤੇਰੇ ਨੀ ਕਿਆ ਕਹਿ ਕੇ ਨੀ ਸਰੋਂ ਦਾ ਸਾਗ ਬਣਾਈਏ ਗੰਦਲਾ ਸਰੋਂ ਦੀਆਂ ਖੇਤੋਂ ਤੋੜ ਲਿਆਈਏ। ਸਰਦੀ ਦੇ ਦਿਨਾਂ ਵਿੱਚ ਸਾਗ ਬਣਾਉਣ ਲਈ ਵੱਡੀ ਮਾਤਰਾ ਵਿੱਚ ਸਰੋਂ ਦੀ ਤੁੜਾਈ ਹੋਣ ਕਾਰਨ ਸਰੋਂ ਦੀ ਫਸਲ ਦਾ ਕਾਫੀ ਨੁਕਸਾਨ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਕਿਸਾਨਾਂ ਵੱਲੋਂ ਸਰੋਂ ਦਾ ਸਾਗ ਤੋੜਨ ਵਾਲਿਆਂ ਨੂੰ ਰੋਕਿਆ ਜਾਂਦਾ ਹੈ। ਕਿਸੇ ਵੱਲੋਂ ਕਿਸਾਨ ਅਜਿਹੀ ਗਤੀਵਿਧੀ ਨੂੰ ਸੂੰਪਣਾ ਕੁਝ ਇਸ ਤਰ੍ਹਾਂ ਮੰਨਿਆ ਜਾਂਦਾ ਹੈ, ਨੀ ਮੁੰਡਾ ਕਮਾਲ ਨੀ ਕਰੇ ਨੀ ਮੁੰਡਾ ਕਮਾਲ ਨੀ ਕਰੇ ਮੁੰਡਾ ਅੰਤਾਂ ਦਾ ਸੂਮ ਕੁੜਿਓ ਨੀ ਰੋਗ ਸਰੋਂ ਦੀਆਂ ਗੰਦਲਾਂ ਨਾ ਜਰੇ ਤੋੜਾ ਸਾਗ ਦਾ ਮਰਜੂ ਨੀ ਕਰੇ। ਸਾਗ ਬਣਾਉਣ ਲਈ ਇਸ ਦੀ ਚਰਾਈ ਲਈ ਆਮ ਘਰਾਂ ਵਿੱਚ ਦਾਲ ਬਣਾਇਆ ਹੁੰਦਾ ਸੀ। ਸਾਗ ਚੀਰਨ ਦੀ ਜ਼ਿੰਮੇਵਾਰੀ ਆਮ ਕਰਕੇ ਪਰਿਵਾਰ ਦੀਆਂ ਬਜ਼ੁਰਗ ਔਰਤਾਂ ਵੱਲੋਂ ਨਿਭਾਈ ਜਾਂਦੀ ਸੀ। ਸਰੋਂ ਦਾ ਸਾਗ ਬਣਾਉਣ ਲਈ ਖੇਤ ਚਾਈਨ ਸਾਗ ਤੋੜਨ ਲਈ ਕੋਈ ਜਾਂਦਾ, ਪਰੰਤੂ ਅਜਿਹੇ ਸਮੇਂ ਕਿਸੇ ਨਾਲ ਕੁਝ ਇਸ ਤਰ੍ਹਾਂ ਵੀ ਵਾਪਰ ਜਾਂਦਾ। ਰਾਇਆ ਨੀ ਲੈਣ ਗਈ ਸਾਗ ਸਰੋਂ ਦਾ ਜਦੋਂ ਹੱਥ ਪਹਿਲੀ ਨੀ ਗੰਦਲ ਨੂੰ ਪਾਇਆ ਕਾਲਾ ਨਾਗ ਨੀ ਸ਼ੁਭਦਾ ਆਇਆ। ਕਾਲਾ ਨਾਗ ਨੀ ਸਾਗ ਮੋਟਾਪਾ ਘਟਾਉਣ ਲਈ ਫਾਈਬਰ ਦੰਦਾਂ ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਅਤੇ ਦੂਸਰੇ ਤੱਤਾਂ ਨਾਲ ਭਰਪੂਰ ਹੁੰਦਾ ਹੈ। ਸਰਦੀਆਂ ਵਿੱਚ ਲਗਾਤਾਰ ਪੰਜਾਬੀਆਂ ਦੇ ਘਰਾਂ ਵਿੱਚ ਵਾਰ-ਵਾਰ ਸਰੋਂ ਦਾ ਸਾਗ ਬਣਦਾ ਹੈ। ਅਜਿਹਾ ਹੋਣ ਕਾਰਨ ਸਾਗ ਦੇ ਅਜਿਹੇ ਪੱਕ ਸੰਬੰਧੀ ਟੱਪਿਆਂ ਬੋਲੀਆਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ। ਕਾਹਦਾ ਆਇਆ ਭੋ ਮਾਘ ਹਾਣੀਆਂ ਘਰ ਘਰ ਰਿਝੇ ਨਿਤ ਸਾਗ ਹਾਣੀਆਂ। ਲੋਕ ਵਿਸ਼ਵਾਸ ਅਨੁਸਾਰ ਪੰਜਾਬ ਦੇ ਵੱਖ ਹਿੱਸਿਆਂ ਵਿੱਚ ਲੋਹੜੀ ਵਾਲੀ ਸ਼ਾਮ ਗੰਨੇ ਦੇ ਰਸ ਨਾਲ ਖੀਰ ਖਿਚੜੀ ਅਤੇ ਸਾਗ ਬਣਾਉਣ ਦੀ ਪਰੰਪਰਾ ਰਹੀ ਹੈ, ਪਰੰਤੂ ਲੋਹੜੀ ਵਾਲੇ ਦਿਨ ਇਹਨਾਂ ਨੂੰ ਨਹੀਂ ਸੀ ਖਾਧਾ ਜਾਂਦਾ। ਇਹਨਾਂ ਦੀ ਖਾਣ ਲਈ ਵਰਤੋਂ ਅਗਲੇ ਦਿਨ ਭਾਵ ਮਾਘੀ ਵਾਲੇ ਦਿਨ ਕੀਤੀ ਜਾਂਦੀ ਸੀ। ਪੰਜਾਬੀ ਲੋਕ ਵਿਸ਼ਵਾਸ ਅਨੁਸਾਰ ਅਜਿਹਾ ਕਰਨਾ ਸ਼ੁਭ ਮੰਨਿਆ ਜਾਂਦਾ ਸੀ। ਭਾਵੇਂ ਹੁਣ ਲੋਹੜੀ ਵਾਲੇ ਦਿਨ ਦੀ ਸ਼ਾਮ ਨੂੰ ਖੀਰ ਖਿਚੜੀ ਤਾਂ ਨਹੀਂ ਬਣਾਈ ਜਾਂਦੀ, ਪਰ ਲਗਭਗ ਹਰ ਘਰ ਹੁਣ ਵੀ ਸਾਗ ਬਣਾਇਆ ਜਾਂਦਾ ਹੈ ਅਤੇ ਇਸ ਸੰਬੰਧੀ ਪ੍ਰਸਿੱਧ ਹੈ। ਭੋ ਰਿੰਨੀ ਮਾਘ ਖਾਦੀ ਸਰੋਂ ਦਾ ਸਾਗ ਖੁਰਾਕੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਪਾਇਆ ਜਾਂਦਾ ਪਾਲਕ ਬਾਥੂ ਮੇਥੀ ਅਦਰਕ ਲਸਣ ਪਿਆਜ਼ ਚਿੱਬੜ ਆਦਿ ਪਦਾਰਥ ਵੱਖ-ਵੱਖ ਗੁਣਾਂ ਵਾਲੇ ਹੁੰਦੇ ਹਨ। ਇਹ ਵੱਖ-ਵੱਖ ਬਿਮਾਰੀਆਂ ਤੋਂ ਸਿਹਤ ਨੂੰ ਸੁਰੱਖਿਅਤ ਕਰਨ ਦੇ ਨਾਲ ਦੂਸਰੇ ਲਾਭ ਪਹੁੰਚਾਉਣ ਵਾਲੇ ਹੁੰਦੇ ਹਨ। ਇਸ ਦੇ ਨਾਲ ਇਹ ਸਾਗ ਨੂੰ ਖਾਣ ਦੇ ਪੱਖ ਤੋਂ ਬੇਹੱਦ ਸੁਆਦੀ ਬਣਾਉਂਦੇ ਹਨ। ਸਾਗ ਦੇ ਅਜਿਹੇ ਪੱਖਾਂ ਕਾਰਨ ਸਾਗ ਦੇ ਦਿਨ ਆਉਣ ਤੇ ਇਸ ਦੇ ਸ਼ੌਕੀਨਾਂ ਵਿੱਚ ਵੱਖਰਾ ਚਾਅ ਹੁੰਦਾ ਹੈ। ਬਹੁਤ ਸਾਰੇ ਲੋਕ ਵਿਦੇਸ਼ੋਂ
ਇਸ ਸਮੇਂ ਸਾਗ ਖਾਣ ਬਹਾਨੇ ਪੰਜਾਬ ਆਏ ਹੁੰਦੇ ਹਨ ਅਤੇ ਅਕਸਰ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਅਸੀਂ ਕਿਹਾ ਚਲੋਂ ਪੰਜਾਬ ਸਾਗ ਖਾ ਆਈਏ। ਮਹੀਨਾ ਆਇਆ ਉਹ ਮਾਘ ਦਾ, ਪੂਰਾ ਨਜ਼ਾਰਾ ਲਵਾਂਗੇ ਸਾਗ ਦਾ। ਇਸ ਤਰ੍ਹਾਂ ਸਰੋਂ ਦੇ ਸਾਗ ਦੇ ਪੰਜਾਬੀ ਜਨ ਜੀਵਨ ਵਿੱਚ ਮਹੱਤਵ ਦਾ ਅਨੁਮਾਨ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬੀ ਲੋਕ ਗੀਤਾਂ, ਬੋਲੀਆਂ, ਟੱਪਿਆਂ ਆਦਿ ਵਿੱਚ ਇਸ ਦਾ ਵੱਡੇ ਪੱਧਰ ਤੇ ਜ਼ਿਕਰ ਮਿਲਦਾ ਹੈ। ਮਘਰ ਮਹੀਨੇ ਤੋਂ ਮਾਘ ਤੱਕ ਜ਼ਿਆਦਾਤਰ ਸਮੇਂ ਇਸ ਦਾ ਪੰਜਾਬੀ ਘਰਾਂ ਦੀ ਰਸੋਈ ਵਿੱਚ ਕਬਜ਼ਾ ਰਹਿਣਾ ਅਤੇ ਇਸ ਸਮੇਂ ਦੌਰਾਨ ਮਹੱਤਵਪੂਰਨ ਸਮਾਗਮਾਂ ਦਾ ਵੀ ਹਿੱਸਾ ਹੋਣਾ ਹੈ। ਇਸ ਸੰਬੰਧੀ ਲੋਕ ਵਿਸ਼ਵਾਸ ਹੋਣਾ ਅਤੇ ਪੰਜਾਬੀ ਵਿੱਚ ਇਸ ਸੰਬੰਧੀ ਚੁਟਕਲਿਆਂ ਦਾ ਪ੍ਰਚਲਿਤ ਹੋਣਾ ਵੀ ਇਸ ਦੇ ਅਜਿਹੇ ਪੱਖ ਦਾ ਪ੍ਰਤੀਕ ਹੈ। ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਪੰਜਾਬੀ ਸੱਭਿਆਚਾਰ ਦੇ ਇੱਕ ਪੱਖ ਦੇ ਰੂਪ ਵਿੱਚ ਪ੍ਰਸਿੱਧ ਹੈ। ਸੰਪਰਕ 8146924800